ਜਿਨੀ ਨਾਮ ਧਿਆਇਆ ਗਏ ਮੁਸ਼ੱਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ। ਅੱਜ ਦਾ ਵਿਸ਼ਾ ਹੈ ਧਿਆਨ। ਗੁਰਬਾਣੀ ਵਿਚਾਰ ਲੇਖ ਨੰਬਰ 92 ਧਿਆਨ, ਪਹਿਲਾ ਭਾਗ। ਧਿਆਨ ਸ਼ਬਦ ਦਾ ਅਰਥ ਹੈ ਕਿਸੇ ਵਸਤੂ ਵਿੱਚ ਬਿਰਤੀ ਦਾ ਲਿਵਲੀਨ ਕਰਨਾ, ਯਾਨੀ ਚਾਰੇ ਪਾਸਿਓਂ ਮਨ ਨੂੰ ਰੋਕ ਕੇ ਇੱਕ ਵਿਸ਼ੇ ਤੇ ਟਿਕਾਉਣ ਦੀ ਕਿਰਿਆ ਨੂੰ ਧਿਆਨ ਕਿਹਾ ਗਿਆ ਹੈ। ਅਸੀਂ ਕਿਸੇ ਚੀਜ਼ ਵੱਲ ਦੇਖਦੇ ਜਾਂ ਸੁਣਦੇ ਹਾਂ ਤਾਂ ਸਾਡਾ ਧਿਆਨ ਉਸ ਵੱਲ ਖਿੱਚਿਆ ਜਾਂਦਾ ਹੈ। ਇਹ ਧਿਆਨ ਮਾਇਕੀ ਮੰਡਲ ਵਿੱਚ ਮਨ ਦੀਆਂ ਕਈ ਤਹਿਾਂ ਉੱਤੇ ਗਿਆਨ ਇੰਦਰੀਆਂ ਰਾਹੀਂ ਪ੍ਰਵਿਰਤ ਹੁੰਦਾ ਹੈ, ਜਿਵੇਂ ਦ੍ਰਿਸ਼ਟਮਾਨ ਚੀਜ਼ਾਂ ਵੱਲ, ਆਪਣੇ ਸਰੀਰ ਵੱਲ, ਮਾਨਸਿਕ ਰੁਚੀਆਂ ਵੱਲ, ਦਿਮਾਗੀ ਵਲਵਲਿਆਂ ਵੱਲ, ਸੰਸਕਾਰੀ ਰੰਗਤ ਵੱਲ, ਧਾਰਮਿਕ ਰੁਚੀਆਂ ਵੱਲ। ਹਰ ਇੱਕ ਜੀਵ ਦੇ ਮਨ ਦੀ ਰੰਗਤ ਭਿੰਨ-ਭਿੰਨ ਹੁੰਦੀ ਹੈ। ਇਸੇ ਕਾਰਨ ਜਿਹੜੀ ਚੀਜ਼ ਇੱਕ ਨੂੰ ਚੰਗੀ ਲੱਗਦੀ ਹੈ, ਦੂਸਰੇ ਨੂੰ ਚੰਗੀ ਨਹੀਂ ਲੱਗਦੀ ਜਾਂ ਬੁਰੀ ਲੱਗਦੀ ਹੈ। ਸਾਡੇ ਮਨ ਦੀ ਰੰਗਤ ਸਾਡੇ ਖਿਆਲਾਂ ਤੇ ਕਰਮਾਂ ਦੀ ਰੰਗਤ ਅਨੁਸਾਰ ਬਣਦੀ ਹੈ। ਸਾਡੇ ਮਨ ਦੀ ਰੰਗਤ ਸਾਡੇ ਖਿਆਲਾਂ ਤੇ ਕਰਮਾਂ ਦੀ ਰੰਗਤ ਅਨੁਸਾਰ ਬਣਦੀ ਹੈ। ਜਿਉਂ-ਜਿਉਂ ਇਹਨਾਂ ਖਿਆਲਾਂ ਨੂੰ ਮੁੜ-ਮੁੜ ਕੇ ਦੁਹਰਾਉਂਦੇ ਹਾਂ, ਤਿਉਂ-ਤਿਉਂ ਇਹਨਾਂ ਖਿਆਲਾਂ ਦਾ ਅਸਰ ਸਾਡੇ ਮਨ ਅੰਦਰ ਧਸ ਵਸ ਰਸ ਜਾਂਦਾ ਹੈ ਤੇ ਪ੍ਰਬਲ ਹੁੰਦਾ ਜਾਂਦਾ ਹੈ। ਇਸ ਤਰ੍ਹਾਂ ਸਾਡੇ ਖਿਆਲ, ਸਾਡੀ ਸੋਚਣੀ, ਸਾਡੀ ਚਿਤਵਨੀ, ਸਾਡੀਆਂ ਰੁਚੀਆਂ, ਰੀਝਾਂ, ਸਾਡੇ ਸਵਾਦ, ਸਾਡੇ ਵਲਵਲੇ, ਨਿਸ਼ਚੇ, ਭਾਵਨਾਵਾਂ, ਸਾਡੀ ਸ਼ਰਧਾ, ਸਾਡਾ ਸੁਭਾਅ, ਕਰਮ ਧਰਮ, ਸਾਡਾ ਆਚਾਰ, ਸਾਡੀ ਜੀਵਨ ਸੇਧ, ਸਾਡਾ ਅੰਤਿਸ਼ਕਰਨ, ਸਾਡਾ ਜੀਵਨ ਤੇ ਸਾਡੇ ਭਾਗ ਬਣਦੇ ਤੇ ਬਦਲਦੇ ਰਹਿੰਦੇ ਹਨ। ਉਦਾਹਰਨ ਦੇ ਤੌਰ ਤੇ ਜਦੋਂ ਅਸੀਂ ਬਾਜ਼ਾਰ ਵਿੱਚ ਦੀ ਲੰਘਦੇ ਹਾਂ ਤਾਂ ਸਾਡੀਆਂ ਨਜ਼ਰਾਂ ਦੇ ਸਾਹਮਣੇ ਬੇਅੰਤ ਚੀਜ਼ਾਂ ਤੇ ਬੰਦੇ ਗੁਜ਼ਰਦੇ ਹਨ। ਇਹਨਾਂ ਵਿੱਚੋਂ ਸਾਡਾ ਧਿਆਨ ਸਿਰਫ ਉਹਨਾਂ ਵੱਲ ਖਿੱਚਿਆ ਜਾਂਦਾ ਹੈ ਜਿਹੜੀਆਂ ਚੀਜ਼ਾਂ ਨਾਲ ਸਾਨੂੰ ਸਾਡੀ ਜਾਣ ਪਛਾਣ ਜਾਂ ਦਿਲਚਸਪੀ ਹੋਵੇ। ਹੋਰ ਸਾਰੇ ਦ੍ਰਿਸ਼ ਅਛੋਪਲੇ ਹੀ ਸਾਡੀਆਂ ਨਜ਼ਰਾਂ ਵਿੱਚੋਂ ਦੀ ਲੰਘ ਜਾਂਦੇ ਹਨ ਤੇ ਉਵੇਂ ਹੀ ਵਿਸਰ ਜਾਂਦੇ ਹਨ। ਅਸੀਂ ਆਪਣੀਆਂ ਰੁਚੀਆਂ ਅਨੁਸਾਰ ਹੀ ਖਿਆਲਾਂ ਨੂੰ ਅਹਿਮੀਅਤ ਦਿੰਦੇ ਹਾਂ। ਰੁਚੀਆਂ ਅਨੁਸਾਰ ਹੀ ਉਹਨਾਂ ਨੂੰ ਮੁੜ-ਮੁੜ ਸੋਚਦੇ ਹਾਂ, ਦੁਹਰਾਉਂਦੇ ਹਾਂ, ਪਾਲਦੇ ਪੋਸ਼ਦੇ ਹਾਂ, ਅਭਿਆਸ ਕਰਦੇ ਹਾਂ ਤੇ ਮੂਰਤੀਮਾਨ ਕਰਦੇ ਹਾਂ, ਫਿਜ਼ੀਕਲ ਐਗਜ਼ਿਸਟੈਂਸ ਵਿੱਚ ਲਿਆਉਂਦੇ ਹਾਂ। ਦੂਜੇ ਲਫ਼ਜ਼ਾਂ ਵਿੱਚ ਖਿਆਲਾਂ ਨੂੰ ਮੂਰਤੀਮਾਨ ਕਰਨ ਲਈ ਦਿਲਚਸਪੀ, ਇਕਾਗਰਤਾ, ਧਿਆਨ, ਰੁਚੀ, ਲਗਨ, ਅਭਿਆਸ ਤੇ ਦ੍ਰਿੜਤਾ ਲਾਜ਼ਮੀ ਹੈ ਤੇ ਇਹਨਾਂ ਦੀ ਤੀਬਰਤਾ, ਲਗਨ ਤੇ ਦ੍ਰਿੜਤਾ ਅਨੁਸਾਰ ਹੀ ਨਤੀਜੇ ਨਿਕਲਦੇ ਹਨ। ਪਰ ਇਹ ਲਗਨ, ਇਕਾਗਰਤਾ ਤੇ ਦ੍ਰਿੜਤਾ ਵੀ ਹਰ ਇੱਕ ਜੀਵ ਦੇ ਮਾਨਸਿਕ ਪਿਛੋਕੜ ਤੇ ਭਾਵਨਾਵਾਂ ਅਨੁਸਾਰ ਅੱਡੋ-ਅੱਡ ਦਰਜੇ ਦੀ ਹੁੰਦੀ ਹੈ। ਦੂਜੇ ਲਫ਼ਜ਼ਾਂ ਵਿੱਚ ਜਿਤਨੀ ਤੀਬਰ ਲਗਨ ਤੇ ਦ੍ਰਿੜਤਾ ਨਾਲ ਅਸੀਂ ਕਿਸੇ ਖਿਆਲ ਦਾ ਇਕਾਗਰ ਚਿੱਤ ਹੋ ਕੇ ਧਿਆਨ ਜਾਂ ਅਭਿਆਸ ਕਰਦੇ ਹਾਂ, ਪ੍ਰੈਕਟਿਸ ਕਰਦੇ ਹਾਂ, ਉਤਨੀ ਛੇਤੀ ਹੀ ਉਹ ਖਿਆਲ ਸਾਖਸ਼ਾਤ ਮੂਰਤੀਮਾਨ ਹੋ ਜਾਂਦਾ ਹੈ। ਇਹ ਅਸੂਲ ਸਾਡੇ ਜੀਵਨ ਦੇ ਹਰ ਪੱਖ ਵਿੱਚ ਲਾਗੂ ਹੁੰਦਾ ਹੈ। ਸਾਡੀ ਪੜ੍ਹਾਈ ਵਿੱਚ, ਵਣਜ ਵਪਾਰ ਵਿੱਚ, ਨੌਕਰੀ ਵਿੱਚ, ਕਾਰੀਗਰੀ ਵਿੱਚ, ਕਲਾਕਾਰੀ ਵਿੱਚ, ਰਾਗ ਵਿਦਿਆ ਵਿੱਚ, ਖੋਜ ਵਿੱਚ, ਸਿਹਤ ਵਿੱਚ, ਸੇਵਾ ਵਿੱਚ, ਧਰਮ ਕਰਮ ਵਿੱਚ, ਭਜਨ ਵਿੱਚ, ਯੋਗ ਵਿੱਚ, ਅਧਿਆਤਮਿਕਤਾ ਵਿੱਚ। ਇਕਾਗਰ ਚਿੱਤ ਹੋ ਕੇ ਧਿਆਨ, ਜਿੰਨਾ ਅਸੀਂ ਧਿਆਨ ਜਾਂ ਅਭਿਆਸ ਕਰਦੇ ਹਾਂ, ਉਤਨੀ ਛੇਤੀ ਸਾਡੇ ਖਿਆਲ ਸਾਖਸ਼ਾਤ ਮੂਰਤੀਮਾਨ ਹੋ ਜਾਂਦੇ ਹਨ। ਕਿਸੇ ਇੱਕ ਗੱਲ ਦੇ ਚਿਤਵਨ, ਸੋਚਣ, ਦੁਹਰਾਉਣ, ਘੋਟਣ ਤੇ ਅਭਿਆਸ ਕਰਨ ਨਾਲ ਉਸ ਖਿਆਲ ਵਿੱਚ ਸ਼ਕਤੀ ਪੈਦਾ ਹੋ ਜਾਂਦੀ ਹੈ। ਐਸੀ ਹਾਲਤ ਵਿੱਚ ਜੇ ਅਸੀਂ ਉਸ ਖਿਆਲ ਨੂੰ
ਤਾਂ ਖਿਆਲ ਤੋਂ ਤੰਗ ਵੀ ਆ ਜਾਈਏ ਤੇ ਉਸ ਨੂੰ ਛੱਡਣਾ ਵੀ ਚਾਹੀਏ, ਤਾਂ ਵੀ ਉਸ ਦ੍ਰਿੜ ਹੋਏ ਖਿਆਲ ਜਾਂ ਹਾਨੀਕਾਰਕ ਰੁਚੀ ਤੋਂ ਖਹਿੜਾ ਨਹੀਂ ਛੁਡਾ ਸਕਦੇ, ਕਿਉਂਕਿ ਉਹ ਸਾਡੇ ਮਨ ਦੀ ਰੰਗਤ ਬਣ ਕੇ ਸਾਡੇ ਅੰਤਿਸ਼ਕਰਨ ਦੀਆਂ ਡੂੰਘਿਆਈਆਂ ਵਿੱਚ ਉਤਰ ਜਾਂਦੀ ਹੈ। ਸਾਡੇ ਮਨ ਦੀ ਸਮੁੱਚੀ ਰੰਗਤ ਅਨੁਸਾਰ ਹੀ ਸਾਡੇ ਮਨ ਦੀ ਨਿਰਣਾ ਸ਼ਕਤੀ ਤੇ ਕਸੌਟੀ ਬਣਦੀ ਰਹਿੰਦੀ ਹੈ। ਸਾਡੇ ਮਨ ਦੀ ਸਮੁੱਚੀ ਰੰਗਤ ਅਨੁਸਾਰ ਹੀ ਸਾਡੇ ਮਨ ਦੀ ਨਿਰਣਾ ਸ਼ਕਤੀ, ਕਸੌਟੀ ਤੇ ਜੀਵਨ ਸੇਧ ਬਣਦੀ ਰਹਿੰਦੀ ਹੈ। ਇਸ ਆਪੋ ਘੜੀ ਹੋਈ ਕਸਵੱਟੀ ਜਾਂ ਅੰਤਿਸ਼ਕਰਨ ਦੀ ਰੰਗਤ ਅਨੁਸਾਰ ਹੀ ਅਸੀਂ ਬਾਹਰਲੇ ਵਾਤਾਵਰਨ ਤੇ ਅੰਦਰਲੀ ਮਾਨਸਿਕ ਹਵਾੜ ਦਾ ਅਸਰ ਗ੍ਰਹਿਣ ਕਰਦੇ ਹਾਂ। ਇਸ ਅਸਰ ਅਨੁਸਾਰ ਹੀ ਸਾਡੀ ਜੀਵਨ ਸੇਧ, ਸ਼ਖਸੀਅਤ ਤੇ ਕਿਸਮਤ ਬਣਦੀ ਹੈ। ਤੇ ਇਸੇ ਅੰਤਿਸ਼ਕਰਨ ਦੀ ਰੰਗਤ ਅਨੁਸਾਰ ਹੀ ਸਾਡੇ ਮਨ ਦੀ ਦਿਲਚਸਪੀ, ਧਿਆਨ, ਤੀਬਰਤਾ, ਰੁਚੀ, ਸੁਭਾਅ, ਆਚਾਰ ਤੇ ਸ਼ਖਸੀਅਤ ਦਾ ਪ੍ਰਗਟਾਵਾ ਹੁੰਦਾ ਹੈ। ਬਾਹਰਲੇ ਵਾਤਾਵਰਨ ਤੇ ਅੰਦਰਲੇ ਅੰਤਿਸ਼ਕਰਨ ਦੀ ਰਲਵੀਂ ਮਿਲਵੀਂ ਹਵਾੜ ਤੋਂ ਹੀ ਸਾਡੇ ਖਿਆਲਾਂ ਦੀ ਰੰਗਤ ਜਾਂ ਰੁਚੀਆਂ ਬਣਦੀਆਂ ਹਨ, ਜਿਸ ਅਨੁਸਾਰ ਸਾਡਾ ਧਿਆਨ ਉਹਨਾਂ ਵੱਲ ਖਿੱਚਿਆ ਜਾਂਦਾ ਹੈ। ਜਿਹੀ ਸੁਰਤ ਤੇਹੇ ਰਾਹੇ ਜਾਏ। ਨੀਵੀਂ ਸੰਗਤ ਯਾਨੀ ਕੁਸੰਗਤ ਦੇ ਅਸਰ ਹੇਠ ਨੀਵੀਆਂ ਰੁਚੀਆਂ ਉਪਜਦੀਆਂ ਹਨ ਤੇ ਸੁਰਤੀ ਵਿਸ਼ਿਆਂ ਵਿਕਾਰਾਂ ਵੱਲ ਦੌੜਦੀ ਹੈ। ਸਾਡਾ ਧਿਆਨ ਜਾਂ ਸੁਰਤੀ ਖਿੰਡ ਪੁੰਡ ਕੇ ਨਿਰਬਲ ਹੋ ਜਾਂਦੀ ਹੈ। ਜਦੋਂ ਅਸੀਂ ਨੀਵੀਂ ਸੰਗਤ ਜਾਂ ਕੁਸੰਗਤ ਕਰਦੇ ਹਾਂ ਤਾਂ ਸਾਡਾ ਧਿਆਨ ਜਾਂ ਸੁਰਤੀ ਖਿੰਡ ਪੁੰਡ ਕੇ ਨਿਰਬਲ ਹੋ ਜਾਂਦੀ ਹੈ ਤੇ ਸਾਡਾ ਧਿਆਨ ਕਿਸੇ ਇੱਕ ਨੁਕਤੇ ਉੱਪਰ ਟਿਕ ਨਹੀਂ ਸਕਦਾ। ਇਸੇ ਕਾਰਨ ਜਗਿਆਸੂਆਂ ਦੀ ਇਹ ਆਮ ਸ਼ਿਕਾਇਤ ਹੁੰਦੀ ਹੈ ਕਿ ਪਾਠ ਕਰਦਿਆਂ ਜਾਂ ਸਿਮਰਨ ਕਰਦਿਆਂ ਹੋਇਆਂ ਮਨ ਨਹੀਂ ਟਿਕਦਾ, ਦੌੜਦਾ ਰਹਿੰਦਾ ਹੈ। ਇਹ ਮਨੁਆ ਖਿੰਨ ਨਾ ਟਿਕੈ ਬਹੁ ਰੰਗੀ, ਦਹਿ ਦਹਿ ਦਿਸ ਚਲ ਚਲ ਹਾਂਡੇ। ਜੇ ਸਾਡਾ ਧਿਆਨ ਕਿਸੇ ਗਲਤ ਨੁਕਤੇ ਤੇ ਇਕਾਗਰ ਹੋ ਜਾਵੇ ਤਾਂ ਉਹ ਨਿਸ਼ਚਾ ਬਣ ਜਾਂਦਾ ਹੈ, ਕਨਵਿਕਸ਼ਨ ਬਣ ਜਾਂਦੀ ਹੈ ਤੇ ਬਲ ਧਾਰ ਕੇ ਉਹ ਉਸਦੇ ਬੜੇ ਭਿਆਨਕ ਨਤੀਜੇ ਨਿਕਲਦੇ ਹਨ। ਹਿਟਲਰ ਤੇ ਚੰਗੇਜ਼ ਖਾਨ ਵਰਗੇ ਵਿਅਕਤੀਆਂ ਦਾ ਉਦਾਹਰਨ ਇੱਥੇ ਦਿੱਤਾ ਜਾ ਸਕਦਾ ਹੈ, ਜਿਨ੍ਹਾਂ ਦੇ ਗਲਤ ਨਿਸ਼ਚਿਆਂ ਦੀ ਤੀਬਰਤਾ ਦੁਆਰਾ ਬੇਅੰਤ ਅਸਹਿ ਤੇ ਅਕਹਿ ਜ਼ੁਲਮ ਹੋਏ ਤੇ ਵਰਤਮਾਨ ਸਮੇਂ ਵਿੱਚ ਵੀ ਹੋ ਰਹੇ ਹਨ। ਇਸ ਲਈ ਸੰਗਤ ਅਨੁਸਾਰ ਹੀ ਅਸੀਂ ਚੰਗਾ ਜਾਂ ਮਾੜਾ ਅਸਰ ਲੈਂਦੇ ਹਾਂ ਤੇ ਮਨ ਦੇ ਖਿਆਲ, ਵਲਵਲੇ, ਧਿਆਨ, ਰੁਚੀਆਂ, ਰੰਗਤ, ਦਿਲਚਸਪੀ, ਇਕਾਗਰਤਾ ਤੇ ਸ਼ਕਤੀ ਬਣਦੀ ਹੈ। ਕਬੀਰ ਮਨ ਪੰਖੀ ਪਇਓ, ਉੱਡ ਉੱਡ ਦਹਿ ਦਿਸ ਜਾਏ, ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਇੱਕ ਹੋਰ ਉਦਾਹਰਨ ਦਿੱਤੀ ਜਾਂਦੀ ਹੈ। ਅਫੀਮ ਦੇ ਅਮਲੀ ਦੀ ਸੰਗਤ ਕਰਦਿਆਂ ਹੋਇਆਂ ਜੇ ਕੋਈ ਕਦੇ ਕਦੇ ਅਫੀਮ ਖਾਂਦਾ ਰਹੇ ਤਾਂ ਸਹਿਜੇ ਸਹਿਜੇ ਉਹ ਅਮਲੀ ਬਣ ਜਾਂਦਾ ਹੈ ਤੇ ਕੁਝ ਸਮਾਂ ਪਾ ਕੇ ਅਫੀਮ ਦਾ ਅਸਰ ਉਸਦੇ ਰਗੋ ਰੇਸ਼ੇ ਵਿੱਚ ਡੂੰਘਾ ਉਤਰ ਜਾਂਦਾ ਹੈ ਤੇ ਉਸਦੇ ਜੀਵਨ ਦੇ ਹਰ ਪੱਖ ਵਿੱਚ, ਯਾਨੀ ਉਸਦੇ ਖਿਆਲ, ਉਸਦੇ ਬੋਲ, ਤੱਕਣੀ, ਸੋਚਣੀ, ਵਿਵਹਾਰ ਤੇ ਵਰਤਾਵੇ ਵਿੱਚ ਅਫੀਮ ਦੀ ਝਲਕ ਪੈਂਦੀ ਹੈ। ਉਸਦੀ ਸ਼ਖਸੀਅਤ ਉੱਤੇ, ਉਸਦੀ ਪਰਸਨੈਲਿਟੀ ਉੱਤੇ ਅਫੀਮ ਦੀ ਛਾਪ ਲੱਗ ਜਾਂਦੀ ਹੈ ਤੇ ਉਹ ਅਫੀਮ ਦਾ ਰੂਪ ਹੀ ਹੋ ਜਾਂਦਾ ਹੈ, ਓਪੀਅਮ ਪਰਸੋਨੀਫਾਈਡ। ਇਸ ਹਾਲਤ ਵਿੱਚ ਉਹ ਅਫੀਮ ਦੇ ਔਗੁਣਾਂ ਤੋਂ ਜਾਣੂ ਹੁੰਦਿਆਂ ਹੋਇਆਂ ਵੀ ਉਸ ਦੀ ਗੁਲਾਮੀ ਤੋਂ ਛੁਟਕਾਰਾ ਨਹੀਂ ਪਾ ਸਕਦਾ। ਇਹੋ ਹਸ਼ਰ ਸ਼ਰਾਬੀਆਂ ਤੇ ਹੋਰ ਅਮਲੀਆਂ ਤੇ ਵਿਸ਼ੇ ਵਿਕਾਰੀਆਂ ਦਾ ਹੁੰਦਾ ਹੈ। ਇਹਨਾਂ ਉਦਾਹਰਨਾਂ ਤੋਂ ਸਪਸ਼ਟ ਹੁੰਦਾ ਹੈ ਕਿ ਕੁਸੰਗਤ ਕਰਦਿਆਂ ਹੋਇਆਂ ਕਿਸੇ ਖਾਸ ਰੁਚੀ ਨੂੰ ਮੁੜ ਮੁੜ ਕੇ ਰਿਪੀਟ ਕਰਨ ਨਾਲ ਉਸ ਰੁਚੀ ਵੱਲ ਧਿਆਨ ਪ੍ਰਬਲ ਹੋ ਜਾਂਦਾ ਹੈ, ਜਿਸ ਦੀ ਗੁਲਾਮੀ ਤੋਂ ਫਿਰ ਛੁਟਕਾਰਾ ਅਤਿਅੰਤ ਕਠਿਨ ਹੈ। ਇਹਨਾਂ ਵਿਚਾਰਾਂ ਤੋਂ ਸਿੱਧ ਹੁੰਦਾ ਹੈ ਕਿ ਸਾਡੇ ਚੰਗੇ ਜਾਂ ਮਾੜੇ ਜੀਵਨ ਦਾ ਮੁੱਢਲਾ ਕਾਰਨ ਸਾਡੀ ਰੁਚੀ ਜਾਂ ਧਿਆਨ ਹੀ ਹੈ। ਸਾਡੇ ਜੀਵਨ ਦਾ ਚੰਗੇ ਜਾਂ ਮਾੜਾ ਹੋਣਾ ਮੁੱਢਲੇ ਤੌਰ ਤੇ ਸਾਡੀ ਰੁਚੀ ਜਾਂ ਧਿਆਨ ਹੀ ਹੈ। ਅੰਤਿਸ਼ਕਰਨ ਵਿੱਚ ਧਸੀ ਵਸੀ ਰਸੀ ਰੁਚੀ ਜਾਂ ਸੰਗਤ ਛੇਤੀ ਨਹੀਂ ਬਦਲੀ ਜਾ ਸਕਦੀ। ਅੰਤਿਸ਼ਕਰਨ ਵਿੱਚ ਧਸੀ ਹੋਈ ਰੁਚੀ ਜਾਂ ਰੰਗਤ ਛੇਤੀ ਨਹੀਂ ਬਦਲੀ ਜਾ ਸਕਦੀ। ਇਹ ਰੰਗਤ ਜਾਂ ਹਵਾੜ ਸਹਿਜ ਸੁਭਾਏ
ਆਪ ਮੁਹਾਰੇ ਹੀ ਐਫਰਟਲੈਸਲੀ ਆਪਣੀ ਝਲਕ ਜਾਂ ਬਦਬੂ ਦਾ ਪ੍ਰਗਟਾਵਾ ਕਰਦੀ ਰਹਿੰਦੀ ਹੈ। ਪਰ ਵਰਤਮਾਨ ਜੀਵਨ ਦੇ ਨੀਵੇਂ ਬਾਹਰਲੇ ਅਸਰਾਂ ਤੋਂ ਬਚਣ ਦਾ ਉਪਰਾਲਾ ਕੀਤਾ ਜਾ ਸਕਦਾ ਹੈ। ਅੰਤਿਸ਼ਕਰਨ ਵਿੱਚ ਦੱਸੀ ਵਸੀ ਦਾ ਤੇ ਮੁਸ਼ਕਲ ਹੈ, ਲੇਕਿਨ ਵਰਤਮਾਨ ਜੀਵਨ ਦੇ ਨੀਵੇਂ ਬਾਹਰਲੇ ਅਸਰਾਂ ਤੋਂ ਬਚਣ ਦਾ ਉਪਰਾਲਾ ਕੀਤਾ ਜਾ ਸਕਦਾ ਹੈ। ਇਸ ਲਈ ਜੇਕਰ ਅਸੀਂ ਆਪਣਾ ਜੀਵਨ ਚੰਗੇਰਾ, ਸੁਹਣੇਰਾ, ਦੈਵੀ ਤੇ ਸੁਖਦਾਈ ਬਣਾਉਣਾ ਚਾਹੁੰਦੇ ਹਾਂ ਤਾਂ ਪਹਿਲਾਂ ਮਾੜੀ ਜਾਂ ਨੀਵੀਂ ਕੁਸੰਗਤ ਛੱਡਣੀ ਪਵੇਗੀ, ਜਿਸ ਲਈ ਗੁਰਬਾਣੀ ਇਉਂ ਉਪਦੇਸ਼ ਕਰਦੀ ਹੈ, ਤੇ ਸਾਕਤ ਚੋਰ ਜਿਨ੍ਹਾਂ ਨਾਮ ਵਿਸਾਰਿਆ, ਮਨ ਤਿਨ ਕੈ ਨਿਕਟ ਨਾ ਪਿਟੀਐ। ਸਾਕਤ ਸੰਗ ਨ ਕੀਜਈ ਪਿਆਰੇ, ਜੇ ਕਾ ਪਾਰ ਵਸਾਏ, ਜਿਸ ਮਿਲੀਐ ਹਰ ਵਿਸਰੈ ਪਿਆਰੇ, ਸੋ ਮੂੰਹ ਕਾਲੇ ਉੱਠ ਜਾਏ। ਕਬੀਰ ਮਾਰੀ ਮਰੋਂ ਕੁਸੰਗ ਕੀ, ਕੇਲੇ ਨਿਕਟ ਜੋ ਵੇਰ, ਉਹ ਝੂਲੇ ਉਹ ਚੀਰੀਐ, ਸਾਕਤ ਸੰਗ ਨਾ ਹੇਰ। ਇਸ ਦੇ ਉਲਟ ਕਰਨਾ ਕੀ ਹੈ? ਗੁਰਮੁਖ ਪਿਆਰਿਆਂ ਮਹਾਂਪੁਰਖਾਂ ਦੀ ਸੰਗਤ ਜਾਂ ਸਾਧ ਸੰਗਤ ਕਰਨ ਦੀ ਅਤਿਅੰਤ ਲੋੜ ਹੈ, ਜਿਸ ਦੀ ਗੁਰਬਾਣੀ ਵਿੱਚ ਸਾਨੂੰ ਤਾਕੀਦੀ ਪ੍ਰੇਰਨਾ ਕੀਤੀ ਗਈ ਹੈ। ਮਨ ਪਿਆਰਿਆ ਜੀਓ ਮਿੱਤਰਾ, ਕਰ ਸੰਤਾਂ ਸੰਗ ਨਿਵਾਸੋ, ਸਾਧੂ ਸੰਗ ਕਰੋ ਸਭ ਕੋਏ, ਸਦਾ ਕਲਿਆਣ ਫਿਰ ਦੁਖ ਨਾ ਹੋਏ। ਕਬੀਰ ਸੰਗਤ ਕਰੀਏ ਸਾਧ ਕੀ, ਅੰਤ ਕਰੇ ਨਿਰਬਾਹੋ। ਕੀ ਹੁੰਦਾ ਹੈ ਜਦੋਂ ਅਸੀਂ ਸਾਧ ਸੰਗਤ ਕਰਦੇ ਹਾਂ? ਜਿਉਂ-ਜਿਉਂ ਅਸੀਂ ਉਚੇਰੀ ਆਤਮਿਕ ਸਤ ਸੰਗਤ ਜਾਂ ਸਾਧ ਸੰਗਤ ਕਰਾਂਗੇ, ਤਿਉਂ-ਤਿਉਂ ਸਾਡੇ ਖਿਆਲਾਂ ਦੀ ਰੰਗਤ ਬਦਲਦੀ ਜਾਵੇਗੀ। ਮਨ ਨਿਰਮਲ ਹੁੰਦਾ ਜਾਵੇਗਾ, ਮਨ ਦੀ ਸੁਰਤੀ ਇਕਾਗਰ ਹੋਵੇਗੀ, ਧਿਆਨ ਟਿਕਦਾ ਜਾਵੇਗਾ, ਮਨ ਨੀਵੇਂ ਮਾਨਸਿਕ ਰੁਝੇਵਿਆਂ ਤੋਂ ਉਤਾਂਹ ਉੱਠਦਾ ਜਾਵੇਗਾ, ਰੁਚੀਆਂ ਬਦਲਦੀਆਂ ਜਾਣਗੀਆਂ, ਨਿਰਣਾ ਸ਼ਕਤੀ ਨਿਰਮਲ ਹੁੰਦੀ ਜਾਵੇਗੀ, ਜੀਵਨ ਸੇਧ ਉਚੇਰੀ ਹੁੰਦੀ ਜਾਵੇਗੀ, ਵਿਵੇਕ ਬੁੱਧੀ ਪ੍ਰਕਾਸ਼ਿਤ ਹੋਵੇਗੀ, ਸ਼ਬਦ ਦੀ ਸੋਝੀ ਆਵੇਗੀ, ਹੁਕਮ ਬੁੱਝਿਆ ਜਾਵੇਗਾ, ਨਾਮ ਸਿਮਰਨ ਦ੍ਰਿੜ ਹੋ ਜਾਵੇਗਾ ਤੇ ਅਨੁਭਵ ਪ੍ਰਕਾਸ਼ ਹੋ ਜਾਵੇਗਾ। ਇੱਕ ਹੋਰ ਉਦਾਹਰਨ, ਆਤਸ਼ੀ ਸ਼ੀਸ਼ਾ ਕਨਵੈਕਸ ਲੈਂਸ ਦੇ ਟੁਕੜੇ ਉੱਤੇ ਸੂਰਜ ਦੀਆਂ ਅਨੇਕਾਂ ਕਿਰਨਾਂ ਪੈ ਕੇ ਸ਼ੀਸ਼ੇ ਵਿੱਚ ਦੀ ਲੰਘਦੀਆਂ ਹੋਈਆਂ ਲੱਖਾਂ ਕਿਰਨਾਂ ਇਕੱਠੀਆਂ ਤੇ ਇਕਾਗਰ ਹੋ ਕੇ ਇੱਕ ਸ਼ਕਤੀਮਾਨ ਗੂੜੀ ਕਿਰਨ ਬਣ ਜਾਂਦੀ ਹੈ। ਇਸ ਸ਼ਕਤੀਸ਼ਾਲੀ ਕਿਰਨ ਵਿੱਚ ਸੂਰਜ ਦੀ ਗਰਮੀ ਦੀ ਤੀਖਣਤਾ ਇਤਨੀ ਵੱਧ ਜਾਂਦੀ ਹੈ ਕਿ ਉਹ ਕਾਗਜ਼ ਨੂੰ ਸਾੜ ਦਿੰਦੀ ਹੈ, ਜਦ ਕਿ ਸਧਾਰਨ ਕਿਰਨਾਂ ਦਾ ਕਾਗਜ਼ ਉੱਤੇ ਕੋਈ ਅਸਰ ਨਹੀਂ ਹੁੰਦਾ। ਇਹ ਦ੍ਰਿਸ਼ਟਾਂਤ ਸਾਡੇ ਖਿਆਲਾਂ ਦੀਆਂ ਕਿਰਨਾਂ ਜਾਂ ਧਿਆਨ ਉੱਤੇ ਸਹੀ ਟੁਕਦਾ ਹੈ। ਜਿਉਂ-ਜਿਉਂ ਸਾਡੇ ਧਿਆਨ ਦੀਆਂ ਕਿਰਨਾਂ ਇਕੱਠੀਆਂ ਤੇ ਇਕਾਗਰ ਹੁੰਦੀਆਂ ਜਾਂਦੀਆਂ ਹਨ, ਤਿਉਂ-ਤਿਉਂ ਇਹਨਾਂ ਦੀ ਸ਼ਕਤੀ ਵੱਧਦੀ ਜਾਂਦੀ ਹੈ। ਇਹ ਗੱਲ ਆਮ ਮੰਨੀ ਜਾਂਦੀ ਹੈ ਕਿ ਤੀਬਰ ਸਾੜੇ ਜਾਂ ਨੀਵੇਂ ਖਿਆਲਾਂ ਦੀ ਤੀਬਰਤਾ ਦੁਆਰਾ ਨਜ਼ਰ ਲੱਗ ਜਾਂਦੀ ਹੈ। ਨੀਵੇਂ ਖਿਆਲਾਂ ਦੇ ਧਿਆਨ ਦੀ ਇਕਾਗਰਤਾ ਤੇ ਅਭਿਆਸ ਤੋਂ ਉਤਪੰਨ ਹੋਈ ਸ਼ਕਤੀ ਦੇ ਪ੍ਰਗਟਾਵੇ ਨੂੰ ਨਜ਼ਰ ਜਾਂ ਸ਼ਰਾਪ ਆਖਿਆ ਜਾਂਦਾ ਹੈ। ਜੇਕਰ ਨੀਵੇਂ ਖਿਆਲਾਂ ਵਿੱਚੋਂ ਉਪਜੀ ਮਾਨਸਿਕ ਧਿਆਨ ਸ਼ਕਤੀ ਦੇ ਕ੍ਰਿਸ਼ਮਿਆਂ ਨੂੰ ਮੰਨਿਆ ਜਾ ਸਕਦਾ ਹੈ, ਤਾਂ ਫਿਰ ਉੱਤਮ ਖਿਆਲਾਂ ਦੀ ਇਕਾਗਰਤਾ ਤੋਂ ਉਪਜੇ ਕ੍ਰਿਸ਼ਮੇ ਵੀ, ਜਿਵੇਂ ਵਰ, ਕਰਾਮਾਤਾਂ, ਰਿੱਧੀਆਂ ਸਿੱਧੀਆਂ ਵੀ ਮੰਨੀਆਂ ਜਾ ਸਕਦੀਆਂ ਹਨ, ਕਿਉਂਕਿ ਇਹ ਸਾਰੇ ਕ੍ਰਿਸ਼ਮੇ ਵੀ ਮਨ ਦੀ ਇਕਾਗਰਤਾ ਜਾਂ ਧਿਆਨ ਦੀ ਤੀਬਰਤਾ, ਧਿਆਨ ਦੀ ਤੀਖਣਤਾ ਦੇ ਹੀ ਨਤੀਜੇ ਹਨ। ਮਾਨਸਿਕ ਸ਼ਕਤੀ, ਮਾਈਂਡ ਪਾਵਰ ਦੀ ਸ਼੍ਰੇਣੀ ਵਿੱਚ ਹੇਠ ਲਿਖੇ ਮਾਨਸਿਕ ਕਰਤੱਵ ਪ੍ਰਚਲਿਤ ਹਨ। ਰਿੱਧੀਆਂ ਸਿੱਧੀਆਂ, ਨਾਟਕ ਚੇਟਕ, ਵਾਕ ਸਿੱਧੀ, ਭਵਿੱਖਬਾਣੀ, ਅੰਤਰਯਾਮਤਾ, ਹਿਪਨੋਟਿਜ਼ਮ, ਮੈਸਮਰਿਜ਼ਮ, ਭੂਤਾਂ ਦੇ ਜਾਦੂ, ਮਦਾਰੀਆਂ ਦੇ ਤਮਾਸ਼ੇ ਆਦਿ। ਇਹ ਮਾਨਸਿਕ ਸ਼ਕਤੀਆਂ ਸਾਡੇ ਤੀਖਣ ਧਿਆਨ ਤੇ ਇਕਾਗਰਤਾ ਦਾ ਹੀ ਨਤੀਜਾ ਹਨ। ਸਵਾਮੀ ਵਿਵੇਕਾਨੰਦ ਨੇ ਆਪਣੇ ਅਮਰੀਕਾ ਦੇ ਕਿਸੇ ਵਿਖਿਆਨ ਵਿੱਚ ਇਸ ਮਾਨਸਿਕ ਸ਼ਕਤੀ ਬਾਰੇ ਸੋਹਣਾ ਚਾਨਣਾ ਪਾਇਆ ਹੈ। ਜਦੋਂ ਉਹ ਕਾਲਜ ਵਿੱਚ ਪੜ੍ਹਦੇ ਸਨ, ਕੁਝ ਹੋਰ ਮਨ ਚਲੇ ਵਿਦਿਆਰਥੀਆਂ ਨੂੰ ਨਾਲ ਲੈ ਕੇ ਦੱਖਣੀ ਭਾਰਤ ਵਿੱਚ ਕਿਸੇ ਬ੍ਰਾਹਮਣ ਕੋਲ ਗਏ, ਜਿਸ ਦੀ ਬਾਬਤ ਉਹਨਾਂ ਨੇ ਸੁਣਿਆ ਸੀ ਕਿ ਬੜੀਆਂ ਅਨੋਖੀਆਂ ਕਰਾਮਾਤਾਂ ਕਰਦਾ ਹੈ। ਜਦੋਂ ਉਸ ਨੂੰ ਕੋਈ ਕਰਾਮਾਤ ਦਿਖਾਉਣ ਲਈ ਕਿਹਾ ਤਾਂ ਬ੍ਰਾਹਮਣ ਨੇ ਉਹਨਾਂ ਨੂੰ ਕਿਹਾ
ਕਿ ਆਪੋ ਆਪਣੇ ਮਨ ਭਾਉਣ ਦੇ ਫਲ ਦੀ ਗੁਪਤ ਚਿਤਵਨੀ ਕਰਕੇ ਕਾਗਜ਼ 'ਤੇ ਲਿਖ ਕੇ ਆਪੋ ਆਪਣੀਆਂ ਜੇਬਾਂ ਵਿੱਚ ਰੱਖ ਲਓ। ਫਿਰ ਉਹਨਾਂ ਨੂੰ ਅੱਖਾਂ ਬੰਦ ਕਰਕੇ ਬੈਠਣ ਲਈ ਕਿਹਾ ਅਤੇ ਆਪ ਵੀ ਸਮਾਧੀ ਲਾ ਕੇ ਬੈਠ ਗਿਆ। ਕੁਛ ਚਿਰ ਮਗਰੋਂ ਅੱਖਾਂ ਖੋਲ੍ਹਣ ਲਈ ਕਿਹਾ ਤਾਂ ਵਿਦਿਆਰਥੀ ਇਹ ਦੇਖ ਕੇ ਹੈਰਾਨ ਹੋ ਗਏ ਕਿ ਉਹਨਾਂ ਦੇ ਸਾਹਮਣੇ ਕਈ ਕਿਸਮ ਦੇ ਫਲਾਂ ਦਾ ਢੇਰ ਲੱਗਾ ਹੋਇਆ ਸੀ। ਬ੍ਰਾਹਮਣ ਨੇ ਕਿਹਾ ਕਿ ਤੁਸੀਂ ਆਪੋ ਆਪਣੇ ਚਿਤਵੇ ਹੋਏ ਫਲ ਚੁਣ ਕੇ ਖਾਓ, ਪਰ ਵਿਦਿਆਰਥੀ ਜਾਦੂ ਦਾ ਫਲ ਖਾਣ ਤੋਂ ਝਿਜਕਦੇ ਸਨ। ਬ੍ਰਾਹਮਣ ਨੇ ਆਪ ਫਲ ਖਾ ਕੇ ਉਹਨਾਂ ਦੀ ਤਸੱਲੀ ਕੀਤੀ ਕਿ ਇਹ ਕੁਦਰਤੀ ਤਾਜ਼ੇ ਫਲ ਹਨ ਅਤੇ ਹਾਨੀਕਾਰਕ ਨਹੀਂ ਹਨ। ਵਿਦਿਆਰਥੀਆਂ ਨੇ ਜਦ ਉਹ ਫਲ ਖਾ ਕੇ ਦੇਖੇ ਤਾਂ ਉਹਨਾਂ ਵਿੱਚ ਕੁਦਰਤੀ ਮਹਿਕ, ਸਵਾਦ ਅਤੇ ਰਸ ਭਰਿਆ ਹੋਇਆ ਸੀ। ਵਿਦਿਆਰਥੀ ਹੋਰ ਵੀ ਹੈਰਾਨ ਹੋਏ ਜਦੋਂ ਉਹਨਾਂ ਨੇ ਦੇਖਿਆ ਕਿ ਇਹ ਫਲ ਬੇਰ ਉੱਤੇ ਅਤੇ ਵਿਦੇਸ਼ੀ ਸਨ ਅਤੇ ਬਿਲਕੁਲ ਤਾਜ਼ੇ ਹਰੀਆਂ ਪੱਤੀਆਂ ਅਤੇ ਟਾਹਣੀਆਂ ਵਾਲੇ ਸਨ। ਬ੍ਰਾਹਮਣ ਨੇ ਉਹਨਾਂ ਨੂੰ ਸਮਝਾਇਆ ਕਿ ਇਹ ਕੋਈ ਧਾਰਮਿਕ ਜਾਂ ਆਤਮਿਕ ਕਰਾਮਾਤ ਨਹੀਂ ਹੈ, ਬਲਕਿ ਨਿਰੋਲ ਮਾਨਸਿਕ ਇਕਾਗਰਤਾ ਦਾ ਸਿੱਟਾ ਹੈ। ਮਨ ਨੂੰ ਇਕਾਗਰ ਕਰਨ ਦੀ ਸਾਧਨਾ ਨਾਲ ਇਹੋ ਜਿਹੇ ਮਾਨਸਿਕ ਸ਼ਕਤੀ ਦੇ ਕ੍ਰਿਸ਼ਮੇ ਹੋ ਸਕਦੇ ਹਨ। ਸਾਡੇ ਖਿਆਲਾਂ ਦੀਆਂ ਅਤ ਸੂਖਮ ਅਤੇ ਤੀਖਣ ਕਿਰਨਾਂ ਜਦੋਂ ਇਕਾਗਰ ਹੋ ਕੇ ਸ਼ਕਤੀਮਾਨ ਹੁੰਦੀਆਂ ਹਨ ਤਾਂ ਸਾਰੇ ਸੰਸਾਰ ਵਿੱਚ ਫੈਲ ਜਾਂਦੀਆਂ ਹਨ ਅਤੇ ਸਮੁੱਚੇ ਜਗਤ ਮਨ ਅਥਵਾ ਵਾਤਾਵਰਨ ਉੱਤੇ ਤੀਬਰ ਅਸਰ ਪਾਉਂਦੀਆਂ ਹਨ। ਇਸ ਤਰ੍ਹਾਂ ਧਿਆਨ ਦੁਆਰਾ ਕਮਾਏ ਹੋਏ ਭਾਂਤ-ਭਾਂਤ ਦੇ ਅਤਿਅੰਤ ਸੂਖਮ ਖਿਆਲਾਂ ਦਾ ਸਮੁੱਚਾ ਅਸਰ, ਕਿਊਮੂਲੇਟਿਵ ਇਫੈਕਟ, ਰੰਗਤ ਜਾਂ ਹਵਾੜ ਸਹਿਜੇ ਸਹਿਜੇ ਪੁਲਾੜ ਦੇ ਵਾਤਾਵਰਨ ਉੱਤੇ ਪੈ ਰਿਹਾ ਹੈ ਅਤੇ ਉਸ ਨੂੰ ਗੰਧਲਾ ਕਰ ਰਿਹਾ ਹੈ। ਦੂਜੇ ਲਫ਼ਜ਼ਾਂ ਵਿੱਚ ਸਮੂਹ ਖਲਕਤ ਦੇ ਖਿਆਲਾਂ ਦਾ ਚੰਗਾ ਮਾੜਾ ਅਸਰ ਪੁਲਾੜ ਦੇ ਸੂਖਮ ਕੰਪਿਊਟਰ ਵਿੱਚ ਅੱਡ-ਅੱਡ ਦਰਜੇ ਉੱਤੇ ਖਿੰਨ-ਖਿੰਨ, ਪਲ-ਪਲ ਜਮ੍ਹਾਂ ਹੁੰਦਾ ਰਹਿੰਦਾ ਹੈ। ਫਿਰ ਪੜ੍ਹੀਏ, ਸਮੂਹ ਖਲਕਤ ਦੇ ਖਿਆਲਾਂ ਦਾ ਚੰਗਾ ਜਾਂ ਮਾੜਾ ਅਸਰ ਪੁਲਾੜ ਦੇ ਸੂਖਮ ਕੰਪਿਊਟਰ ਵਿੱਚ ਅੱਡ-ਅੱਡ ਦਰਜੇ ਉੱਤੇ ਖਿੰਨ-ਖਿੰਨ, ਪਲ-ਪਲ ਜਮ੍ਹਾਂ ਹੁੰਦਾ ਰਹਿੰਦਾ ਹੈ ਅਤੇ ਸ਼ਕਤੀਮਾਨ ਹੋ ਕੇ ਸਮੁੱਚੇ ਸੰਸਾਰੀ ਵਾਤਾਵਰਨ ਰਾਹੀਂ ਉਹਨਾਂ ਹੀ ਦਰਜਿਆਂ ਉੱਤੇ, ਉਹਨਾਂ ਹੀ ਵੇਵਲੈਂਥਸ ਉੱਤੇ ਵਾਲੇ ਹੋਰ ਮਨਾਂ ਉੱਤੇ ਚੰਗਾ ਜਾਂ ਮਾੜਾ ਅਸਰ ਪਾਉਂਦਾ ਹੈ। ਇਸ ਦਾ ਮਤਲਬ ਇਹ ਹੋਇਆ ਕਿ ਸਾਡੇ ਨਿੱਕੇ ਤੋਂ ਨਿੱਕੇ ਖਿਆਲਾਂ ਦਾ ਚੰਗਾ ਜਾਂ ਮਾੜਾ ਅਸਰ ਪਹਿਲਾਂ ਸਾਡੇ ਮਨਾਂ ਉੱਤੇ ਪੈਂਦਾ ਹੈ, ਫਿਰ ਪੁਲਾੜ ਦੇ ਸੂਖਮ ਵਾਤਾਵਰਨ ਨੂੰ ਬਦਲਦਾ ਹੈ ਅਤੇ ਗੰਧਲਾ ਕਰਦਾ ਹੈ। ਪੁਲਾੜ ਦੇ ਵਾਤਾਵਰਨ ਵਿੱਚ ਉਹ ਜਿਹੇ ਖਾਸ ਖਿਆਲਾਂ ਨਾਲ ਮਿਲ ਕੇ ਉਹ ਫਿਰ ਤਾਕਤਵਰ ਹੁੰਦਾ ਹੈ। ਇਹ ਚੰਗੇ ਮਾੜੇ ਸ਼ਕਤੀਮਾਨ ਖਿਆਲ ਮੁੜ ਕੇ ਸਾਡੇ ਮਨਾਂ ਉੱਤੇ ਜ਼ੋਰਦਾਰ ਅਸਰ ਪਾਉਂਦੇ ਹਨ। ਇਸ ਤਰ੍ਹਾਂ ਅਸੀਂ ਆਪਣੇ ਹੀ ਖਿਆਲਾਂ ਦੇ ਜ਼ਹਿਰੀਲੇ ਘੁੰਮਣ ਘੇਰੇ ਵਿੱਚ ਫਸੇ ਹੋਏ ਹਾਂ, ਜਿਸ ਵਿੱਚੋਂ ਆਪਣੇ ਆਪ ਨਿਕਲਣਾ ਅਸੰਭਵ ਹੈ। ਇਸ ਤਰ੍ਹਾਂ ਸਾਡੇ ਮਨ ਦੇ ਖਿਆਲਾਂ ਅਤੇ ਕਰਮਾਂ ਦਾ ਅਸਰ ਸਾਰੀ ਖਲਕਤ ਉੱਤੇ ਪੈਂਦਾ ਹੈ ਅਤੇ ਖਲਕਤ ਦੇ ਖਿਆਲਾਂ ਦਾ ਅਸਰ ਸ੍ਰਿਸ਼ਟੀ ਦੇ ਵਾਤਾਵਰਨ ਰਾਹੀਂ ਪਰਤ ਕੇ ਉਲਟ ਕੇ ਸਾਡੇ ਮਨ 'ਤੇ ਪੈਂਦਾ ਹੈ। ਅਸੀਂ ਆਪਣੇ ਚੌਗਿਰਦੇ ਦੇ ਵਾਤਾਵਰਨ ਨੂੰ, ਆਪਣੇ ਆਸੇ-ਪਾਸੇ ਦੀ ਇਨਵਾਇਰਮੈਂਟ ਨੂੰ ਚੰਗਾ ਜਾਂ ਮਾੜਾ ਬਣਾਉਣ ਦੇ ਖੁਦ ਜ਼ਿੰਮੇਵਾਰ ਹਾਂ ਅਤੇ ਉਸ ਦੀ ਚੰਗੀ ਮਾੜੀ ਹਵਾੜ ਦੇ ਭਾਗੀ ਹੁੰਦੇ ਹਾਂ। ਵਰਤਮਾਨ ਸਮੇਂ ਵਿੱਚ ਘੋਰ ਕਲਯੁਗ ਦਾ ਬੋਲਬਾਲਾ ਹੈ। ਸਮੁੱਚੀ ਸ੍ਰਿਸ਼ਟੀ ਦਾ ਵਾਤਾਵਰਨ ਵੀ ਅਤਿਅੰਤ ਮਲੀਨ ਅਤੇ ਖਤਰਨਾਕ ਹੋ ਰਿਹਾ ਹੈ। ਇਹ ਘੋਰ ਕਲਯੁਗ ਦਾ ਵਾਤਾਵਰਨ ਸਾਡੇ ਹੀ ਮਲੀਨ ਖਿਆਲਾਂ ਦੇ ਤੀਖਣ ਧਿਆਨ ਅਤੇ ਇਕਾਗਰਤਾ ਦੁਆਰਾ ਲਗਾਤਾਰ ਅਭਿਆਸ ਦਾ ਹੀ ਸਮੁੱਚਾ ਨਤੀਜਾ ਹੈ, ਜਿਸ ਕਾਰਨ ਸੋਸ਼ਲ ਡੀਜੈਨਰੇਸ਼ਨ, ਭਾਈਚਾਰਕ ਗਿਲਾਨੀ ਇਸ ਹੱਦ ਤੱਕ ਵੱਧ ਗਈ ਹੈ ਕਿ ਸਾਡੇ ਪਵਿੱਤਰ ਧਾਰਮਿਕ ਅਸਥਾਨ ਵੀ ਇਸ ਦੀ ਲਪੇਟ ਤੋਂ ਬਚੇ ਨਹੀਂ ਰਹੇ। ਦੁਖਦਾਈ ਗੱਲ ਤਾਂ ਇਹ ਹੈ ਕਿ ਜਿਨ੍ਹਾਂ ਪਵਿੱਤਰ ਧਾਰਮਿਕ ਅਸਥਾਨਾਂ ਤੋਂ ਸਾਨੂੰ ਸ਼ਾਂਤੀ, ਸੁੱਖ ਅਤੇ ਭਗਤੀ ਭਾਵਨਾ ਮਿਲਣੀ ਸੀ ਅਤੇ ਮਾਇਕੀ ਗਿਲਾਨੀ ਤੋਂ ਬਚਾਉਣਾ ਸੀ, ਉਹ ਖੁਦ ਹੀ ਕਰਮਕਾਂਡ, ਈਰਖਾ ਦਵੈਤ, ਵੈਰ ਵਿਰੋਧ, ਲੜਾਈ ਝਗੜੇ, ਲੱਭ ਲੋਭ, ਪਖੰਡ, ਰਾਜਨੀਤੀ ਅਤੇ ਕੂਰ ਕਿਰਿਆ ਦੇ ਅੱਡੇ ਬਣ ਗਏ ਹਨ। ਹਾਏ, ਸ੍ਰਿਸ਼ਟੀ ਨੂੰ ਕੌਣ ਬਚਾਵੇ? ਬਾਹਰ ਕੀ ਅਗਨ ਬੂਝਤ ਜਲ ਸਰਿਤਾ ਕੈ, ਨਾਉ ਮੈਂ ਜੋ ਆਗ ਲਾਗੈ ਕੈਸੇ ਕੈ ਬੁਝਾਈਐ।
बाहर सै भाग ओट लीजियत कोटगढ़, गढ़ में जो लूट लीजै कहो कत जाइए। चोरन के त्रास जाए शरण नरिंद गहे, मारै महीपत जियो कैसे कै बचाइए। माया डर डरपत हार गुरद्वारे जावै, तहां जो माया व्यापै कहाँ ठहराइए। ਭਾਵੇਂ ਅਸੀਂ ਸਾਰੇ ਇਸ ਭਾਈਚਾਰਕ ਤੇ ਧਾਰਮਿਕ ਗਿਲਾਨੀ ਤੋਂ ਤੰਗ ਆ ਕੇ ਅੰਦਰੋਂ ਅੰਦਰ ਦੁਖੀ ਹੋ ਰਹੇ ਹਾਂ, ਪਰ ਇਸ ਦੇ ਸੁਧਾਰ ਲਈ ਕੋਈ ਠੋਸ ਅਸਰਦਾਇਕ ਕਦਮ ਨਹੀਂ ਉਠਾਇਆ ਜਾ ਰਿਹਾ। ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਇਸ ਗਿਲਾਨੀ ਦਾ ਸੁਧਾਰ, ਸਾਰੇ ਧਿਆਨ ਕਰੀਏ, ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਇਸ ਗਿਲਾਨੀ ਦਾ ਸੁਧਾਰ ਪਹਿਲਾਂ ਅਸੀਂ ਆਪੋ ਆਪਣੇ ਮਨਾਂ ਦੇ ਖਿਆਲਾਂ ਤੋਂ ਹੀ ਸ਼ੁਰੂ ਕਰਨਾ ਹੈ, ਵਰਨਾ ਸਾਡੇ ਫੋਕੇ ਪ੍ਰਚਾਰ ਦਾ ਕੋਈ ਅਸਰ ਨਹੀਂ ਹੋ ਸਕਦਾ। ਸਾਡੀ ਮੌਜੂਦਾ ਫੋਕੀ ਪ੍ਰਚਾਰ ਪ੍ਰਣਾਲੀ ਦੇ ਨਤੀਜਿਆਂ ਤੋਂ ਸਪਸ਼ਟ ਹੋ ਰਿਹਾ ਹੈ ਕਿ ਬਾਵਜੂਦ ਬੇਅੰਤ ਪਾਠ ਪੂਜਾ ਦੇ, ਬੇਅੰਤ ਯੋਗ ਸਾਧਨਾਵਾਂ ਦੇ, ਬੇਅੰਤ ਧਾਰਮਿਕ ਕਰਮ ਕਾਂਡਾਂ ਦੇ, ਅਣਗਿਣਤ ਧਰਮ ਅਸਥਾਨਾਂ ਦੇ, ਬੇਅੰਤ ਧਾਰਮਿਕ ਗ੍ਰੰਥਾਂ ਅਤੇ ਉਪਦੇਸ਼ਾਂ ਦੇ, ਬੇਅੰਤ ਧਰਮ ਪ੍ਰਚਾਰ ਦੇ, ਨਵੀਨ ਪ੍ਰਚਾਰ ਦੇ ਸਾਧਨਾਂ ਦੇ, ਸਾਡੀ ਮਾਨਸਿਕ ਤੇ ਧਾਰਮਿਕ ਗਿਲਾਨੀ ਵੱਧਦੀ ਹੀ ਜਾ ਰਹੀ ਹੈ। ਭਾਵੇਂ ਇਸ ਗਿਲਾਨੀ ਦੀ ਬਾਬਤ ਅਸੀਂ ਸ਼ਿਕਾਇਤਾਂ ਤੇ ਨੁਕਤਾਚੀਨੀ ਤਾਂ ਕਰੀ ਜਾਂਦੇ ਹਾਂ, ਪਰ ਖੁਦ ਆਪਣੀ ਗਿਲਾਨੀ ਵਾਲੇ ਜੀਵਨ ਪ੍ਰਣਾਲੀ ਨੂੰ ਛੱਡ ਨਹੀਂ ਰਹੇ। ਅਸੀਂ ਜੀਵਨ ਦੇ ਹਰ ਪਹਿਲੂ ਵਿੱਚ ਇਸ ਗਿਲਾਨੀ ਦਾ ਹੀ ਆਸਰਾ ਜਾਂ ਸੇਧ ਲੈਂਦੇ ਹਾਂ ਤੇ ਆਪਣੀਆਂ ਜਾਇਜ਼ ਨਾਜਾਇਜ਼ ਗਰਜ਼ਾਂ ਦੀ ਪੂਰਤੀ ਲਈ ਨੀਵੇਂ ਸਾਧਨਾਂ ਦੀ ਵਰਤੋਂ ਕਰਨ ਤੋਂ ਵੀ ਸੰਕੋਚ ਨਹੀਂ ਕਰਦੇ। ਇਸ ਗਿਲਾਨੀ ਦੇ ਜ਼ਹਿਰੀਲੇ ਮਾਨਸਿਕ ਰੋਗ ਵੱਧ ਕੇ ਇਤਨੇ ਸ਼ਕਤੀਮਾਨ ਹੋ ਗਏ ਹਨ ਕਿ ਤਪੇਦਿਕ ਵਾਂਗ ਇਹ ਰੋਗ ਸਾਡੇ ਤਨ, ਮਨ, ਬੁੱਧੀ ਤੇ ਅੰਤਸ਼ਕਰਨ ਵਿੱਚ ਧਸ ਵਸ ਰਸ ਗਏ ਹਨ ਤੇ ਨਿਤਾ ਪ੍ਰਤੀ ਹੋਰ ਹਾਨੀਕਾਰਕ ਤੇ ਖਤਰਨਾਕ ਹੋ ਰਹੇ ਹਨ। ਜਦ ਸਾਡੇ ਖਿਆਲਾਂ ਦੀ ਇਕਾਗਰਤਾ ਜਾਂ ਧਿਆਨ ਦਾ ਅਸਰ ਇਤਨਾ ਡੂੰਘਾ ਤੇ ਖਤਰਨਾਕ ਹੋ ਸਕਦਾ ਹੈ ਤਾਂ ਸਾਨੂੰ ਆਪਣੇ ਖਿਆਲਾਂ ਅਥਵਾ ਧਿਆਨ ਉੱਤੇ ਪਹਿਰਾ ਦੇਣ ਦੀ ਅਤ ਲੋੜ ਹੈ। ਸਾਨੂੰ ਆਪਣੇ ਖਿਆਲਾਂ ਅਥਵਾ ਧਿਆਨ ਉੱਤੇ ਪਹਿਰਾ ਦੇਣ ਦੀ ਅਤ ਲੋੜ ਹੈ, ਪਰ ਅਸੀਂ ਆਪੋ ਆਪਣੇ ਖਿਆਲਾਂ ਤੇ ਕਰਮਾਂ ਦੇ ਨਤੀਜਿਆਂ ਤੋਂ ਬਿਲਕੁਲ ਬੇਪਰਵਾਹ ਤੇ ਅਵੇਸਲੇ ਹੋ ਕੇ ਪੁਰਾਣੀਆਂ ਆਦਤਾਂ ਅਨੁਸਾਰ ਹੀ ਜੀਵਨ ਬਤੀਤ ਕਰੀ ਜਾ ਰਹੇ ਹਾਂ। ਅਸੀਂ ਘਰਾਂ, ਗਲੀਆਂ, ਮੁਹੱਲਿਆਂ, ਸ਼ਹਿਰਾਂ, ਚਾਰ ਚੁਫੇਰੇ ਦੇ ਗੰਧਲੇ ਵਾਯੂਮੰਡਲ ਦੀ ਬਾਬਤ ਤਾਂ ਬੜੇ ਵਾਦ ਵਿਵਾਦ ਕਰਦੇ ਹਾਂ ਤੇ ਹਾਲ ਦੁਹਾਈ ਵੀ ਮਚਾਉਂਦੇ ਹਾਂ, ਪਰ ਆਪਣੀ ਅੰਦਰਲੀ ਮਾਨਸਿਕ ਗਿਲਾਨੀ ਦੇ ਭਿਆਨਕ ਨਤੀਜਿਆਂ ਤੋਂ ਬਿਲਕੁਲ ਅਣਜਾਣ, ਬੇਖਬਰ, ਬੇਪਰਵਾਹ ਤੇ ਅਵੇਸਲੇ ਹੋ ਰਹੇ ਹਾਂ। ਸਮਝਣ ਵਾਲੀ ਮਹੱਤਵਪੂਰਨ ਗੱਲ ਇਹ ਹੈ ਕਿ ਸਰੀਰਕ ਰੋਗ ਤਾਂ ਮੌਤ ਦੇ ਨਾਲ ਹੀ ਖਤਮ ਹੋ ਜਾਂਦੇ ਹਨ, ਪਰ ਅੰਤਸ਼ਕਰਨ ਵਿੱਚ ਆਪੂ ਸਹੇੜੇ ਹੋਏ ਮਾਨਸਿਕ ਰੋਗ ਤਾਂ ਅਗਲੇ ਜਨਮਾਂ ਵਿੱਚ ਵੀ ਜੀਵ ਦੇ ਨਾਲ ਹੀ ਜਾਂਦੇ ਹਨ। ਸੰਸਾਰ ਵਿੱਚ ਅੱਗੇ ਹੀ ਮਾਨਸਿਕ ਗਿਲਾਨੀ ਭਰਪੂਰ ਹੋ ਕੇ ਉਛਲ ਰਹੀ ਹੈ। ਜੇ ਇਸ ਮਾਨਸਿਕ ਗਿਲਾਨੀ ਦੇ ਜ਼ਹਿਰ ਨੂੰ ਅਸੀਂ ਘਟਾ ਨਹੀਂ ਸਕਦੇ ਤਾਂ ਵਧਾਉਣ ਦਾ ਵੀ ਸਾਨੂੰ ਕੋਈ ਹੱਕ ਨਹੀਂ। ਸਾਰੇ ਵਿਸ਼ਵ ਵਿੱਚ ਜੋ ਅਸ਼ਾਂਤੀ, ਖੁਦਗਰਜ਼ੀ, ਸੈਲਫਿਸ਼ਨੈਸ, ਹਉਮੈ, ਈਰਖਾ, ਦਵੈਤ, ਵੈਰ ਵਿਰੋਧ, ਘਿਰਨਾ, ਲੜਾਈਆਂ, ਝਗੜੇ, ਅਤਿਆਚਾਰ ਤੇ ਜ਼ੁਲਮ ਦਾ ਬੋਲਬਾਲਾ ਹੋ ਰਿਹਾ ਹੈ, ਇਹਨਾਂ ਸਭਨਾਂ ਦਾ ਮੁੱਢਲਾ ਕਾਰਨ ਜਾਂ ਬੀਜ ਸਾਡੇ ਮਲੀਨ ਖਿਆਲਾਂ ਦੀ ਇਕਾਗਰਤਾ ਅਥਵਾ ਧਿਆਨ ਦੁਆਰਾ ਪ੍ਰੈਕਟਿਸ ਕਰਨਾ ਹੀ ਹੈ, ਜਿਸ ਦਾ ਸਮੁੱਚਾ ਅਸਰ ਜਾਂ ਰੰਗਤ ਦੁਨਿਆਵੀ ਜੀਵਨ ਦੇ ਹਰ ਪੱਖ ਵਿੱਚ ਲਿਸ਼ਕਾਂ ਮਾਰ ਰਹੀ ਹੈ। ਰੱਬ ਨੇ ਆਪਣੀ ਅੰਸ਼ ਬੰਦੇ ਲਈ ਸਵਰਗ ਰੂਪੀ ਸ੍ਰਿਸ਼ਟੀ ਸਾਜੀ ਸੀ ਤੇ ਹਰ ਤਰ੍ਹਾਂ ਦੇ ਸੁੱਖ ਆਰਾਮ ਵੀ ਪ੍ਰਦਾਨ ਕੀਤੇ ਸਨ, ਪਰ ਅਸੀਂ ਆਪਣੇ ਨੀਵੇਂ ਖਿਆਲਾਂ ਤੇ ਨੀਵੀਆਂ ਰੁਚੀਆਂ ਵੱਲ ਲਗਾਤਾਰ ਧਿਆਨ ਅਥਵਾ ਇਕਾਗਰਤਾ ਦੁਆਰਾ ਇਸ ਸਵਰਗ ਰੂਪੀ ਸ੍ਰਿਸ਼ਟੀ ਨੂੰ ਨਰਕ ਰੂਪੀ ਬਣਾ ਦਿੱਤਾ ਹੈ। ਇਸ ਤਰ੍ਹਾਂ ਅਸੀਂ ਆਪਣੇ ਪੈਰੀ ਆਪ ਕੁਹਾੜਾ ਮਾਰਿਆ ਹੈ ਤੇ ਆਪ ਨਰਕ ਭੋਗਦੇ ਹੋਏ ਦੁਖੀ ਹੋ ਰਹੇ ਹਾਂ ਤੇ ਹੋਰਨਾਂ ਨੂੰ ਵੀ ਦੁਖੀ ਕਰ ਰਹੇ ਹਾਂ। ਕਬੀਰ ਦੀਨ ਗਵਾਇਆ ਦੁਨੀ ਸਿਓ, ਦੁਨੀ ਨ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹਾਥ।
ਪਿੱਛੇ ਜੋ ਪੜਿਆ ਉਹਦਾ ਸੰਖੇਪ ਇਸ ਤਰ੍ਹਾਂ ਹੈ। ਕਿਸੇ ਚਿਤਵਨੀ ਨੂੰ ਖਿਆਲ ਆਖਿਆ ਜਾਂਦਾ ਹੈ। ਕਿਸੇ ਚਿਤਵਨੀ ਨੂੰ ਖਿਆਲ ਆਖਿਆ ਜਾਂਦਾ ਹੈ। ਕਿਸੇ ਖਿਆਲ ਵੱਲ ਗੌਰ ਕੀਤਾ ਜਾਵੇ ਤਾਂ ਧਿਆਨ ਬਣ ਜਾਂਦਾ ਹੈ। ਰੁਚੀ ਜਾਂ ਦਿਲਚਸਪੀ ਅਨੁਸਾਰ ਧਿਆਨ ਤੀਬਰ ਹੋ ਜਾਂਦਾ ਹੈ। ਤੀਬਰ ਧਿਆਨ ਵਿੱਚੋਂ ਵਲਵਲੇ ਉਪਜਦੇ ਹਨ। ਦਿਲਚਸਪੀ ਤੇ ਰੁਚੀਆਂ ਅਨੁਸਾਰ ਕਰਮਾਂ ਦੀ ਪ੍ਰੇਰਨਾ ਹੁੰਦੀ ਹੈ। ਕਰਮਾਂ ਦੇ ਅਭਿਆਸ ਦੁਆਰਾ, ਪ੍ਰੈਕਟਿਸ ਦੁਆਰਾ ਆਦਤਾਂ ਬਣਦੀਆਂ ਹਨ। ਆਦਤਾਂ ਦੇ ਅਭਿਆਸ ਦੁਆਰਾ ਰੁਚੀਆਂ ਬਣਦੀਆਂ ਹਨ। ਡੂੰਘੀਆਂ ਰੁਚੀਆਂ ਵਾਲੇ ਖਿਆਲਾਂ ਨਾਲ ਸਾਡਾ ਸੁਭਾਅ ਬਣਦਾ ਹੈ। ਸੁਭਾਅ ਅਨੁਸਾਰ ਸਾਡਾ ਚਾਲ ਚਲਨ ਬਣਦਾ ਹੈ, ਬਿਹੇਵੀਅਰ। ਚਾਲ ਚਲਨ ਅਨੁਸਾਰ ਸਾਡਾ ਜੀਵਨ ਬਣਦਾ ਹੈ ਅਤੇ ਜੀਵਨ ਅਨੁਸਾਰ ਸਾਡੇ ਭਾਗ ਬਣਦੇ ਹਨ, ਸਾਡੀ ਡੈਸਟੀਨੀ ਬਣਦੀ ਹੈ। ਇਸ ਤਰ੍ਹਾਂ ਅਸੀਂ ਕਰਮਬੱਧ ਹੋ ਕੇ ਸਹਿਜ ਸੁਭਾਏ ਬੇਧਿਆਨੇ ਹੀ ਕਰਮ ਕਰੀ ਜਾਂਦੇ ਹਾਂ ਅਤੇ ਨਤੀਜੇ ਭੁਗਤਦੇ ਹਾਂ। ਇਹਨਾਂ ਸਾਰੀਆਂ ਮਾਨਸਿਕ ਅਵਸਥਾਵਾਂ ਦਾ ਮੁੱਢਲਾ ਕਾਰਨ ਜਾਂ ਬੀਜ ਸਾਡਾ ਧਿਆਨ ਅਥਵਾ ਇਕਾਗਰਤਾ ਹੀ ਹੈ। ਉੱਪਰਲੇ ਵਿਚਾਰ ਤੋਂ ਸਿੱਧ ਹੋਇਆ ਕਿ ਸਾਡੇ ਕਰਮ, ਸਾਡੀਆਂ ਆਦਤਾਂ, ਸੁਭਾਅ ਤੇ ਜੀਵਨ ਤੇ ਭਾਗ ਸਾਡੇ ਚੰਗੇ ਜਾਂ ਮਾੜੇ ਖਿਆਲਾਂ ਅਤੇ ਧਿਆਨ ਉੱਤੇ ਨਿਰਭਰ ਹਨ। ਜਿਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨ ਦੀਜੈ ਅਵਰ ਜਨਾ। ਬੀਜੇ ਬਿਖ ਮੰਗੈ ਅੰਮ੍ਰਿਤ, ਵੇਖੋ ਇਹ ਨਿਆਓ। ਫਰੀਦਾ ਲੋੜੈ ਦਾਖ ਬਿਜੌਰੀਆਂ, ਕਿੱਕਰ ਬੀਜੈ ਜੱਟ। ਹੰਡੈ ਉਨ ਕਤਾਇਂਦਾ, ਪੈਦਾ ਲੋੜੈ ਪੱਟ। ਜੇਕਰ ਸਾਡੇ ਖਿਆਲ ਚੰਗੇ, ਉੱਤਮ ਤੇ ਦੈਵੀ ਹੋਣ ਤਾਂ ਹੀ ਸਾਡਾ ਜੀਵਨ ਉਚੇਰਾ, ਚੰਗੇਰਾ ਤੇ ਸੁਹਨੇਰਾ ਤੇ ਦੈਵੀ ਬਣ ਸਕਦਾ ਹੈ। ਮਾੜੀਆਂ ਤੇ ਨੀਵੀਆਂ ਰੁਚੀਆਂ ਵਾਲੇ ਖਿਆਲਾਂ ਨਾਲ ਅਸੁਰੀ ਔਗੁਣ ਉਪਜਦੇ ਹਨ ਤੇ ਅਸੀਂ ਲੱਭ ਲੋਭ, ਵੈਰ ਵਿਰੋਧ, ਚਿੰਤਾ ਫਿਕਰ ਤੇ ਹਉਮੈ ਵੇੜਿਆ ਗਿਲਾਨੀ ਵਾਲਾ ਜੀਵਨ ਭੋਗਦੇ ਹਾਂ ਤੇ ਦੁਖੀ ਹੁੰਦੇ ਹਾਂ। ਪਲਚ ਪਲਚ ਸਗਲੀ ਮੂਈ, ਝੂਠੇ ਧੰਦੇ ਮੋਹ। ਸੋ ਆਪਣੇ ਜੀਵਨ ਨੂੰ ਬਦਲਣ ਲਈ ਸਭ ਤੋਂ ਪਹਿਲਾਂ ਸਾਡੇ ਅੰਤਰਾਤਮੇ ਚੰਗੇ ਮਾੜੇ ਦੀ ਪਹਿਚਾਨ ਜਾਂ ਨਿਰਣਾ ਕਰਨ ਦੀ ਸ਼ਕਤੀ ਜਾਂ ਵਿਵੇਕ ਬੁੱਧੀ ਜ਼ਰੂਰੀ ਹੈ। ਪਰ ਅਫਸੋਸ ਦੀ ਗੱਲ ਹੈ ਕਿ ਸਾਡੀ ਬੁੱਧੀ ਇਤਨੀ ਮਲੀਨ ਹੋ ਗਈ ਹੈ ਕਿ ਅਸੀਂ ਚੰਗਿਆਈ ਤੇ ਬੁਰਾਈ ਦਾ ਨਿਰਣਾ ਕਰਨ ਤੋਂ ਵੀ ਅਸਮਰਥ ਹੋ ਗਏ ਹਾਂ। ਆਪਣੀਆਂ ਗਰਜ਼ਾਂ ਦੀ ਪੂਰਤੀ ਲਈ ਆਪਣੇ ਮਲੀਨ ਕਰਮਾਂ ਨੂੰ ਜਾਇਜ਼ ਮੰਨੀ ਬੈਠੇ ਹਾਂ। ਸਾਰੀ ਉਮਰ ਇੱਕ ਉਦਾਹਰਨ ਦੇ ਰਹੇ ਹਨ। ਸਾਰੀ ਉਮਰ ਚੰਮ ਦੇ ਧੰਦੇ ਕਰਨ ਵਾਲੇ ਚਮੜੇ ਦੀ ਬਦਬੂ ਸੁੰਘਣ ਦੇ ਆਦੀ ਹੁੰਦੇ ਹਨ ਅਤੇ ਉਹਨਾਂ ਦੀ ਸੁੰਘਣ ਸ਼ਕਤੀ ਘੱਟ ਜਾਂਦੀ ਹੈ ਜਾਂ ਉੱਕਾ ਹੀ ਨਹੀਂ ਰਹਿੰਦੀ। ਇਸੇ ਤਰ੍ਹਾਂ ਜਨਮਾਂ ਜਨਮਾਂ ਤੋਂ ਮਾਇਕੀ ਗਿਲਾਨੀ ਵਿੱਚ ਵਿਚਰਦਿਆਂ ਹੋਇਆਂ ਜੀਵ ਦੀ ਚੰਗੇ ਮਾੜੇ ਦੀ ਪਹਿਚਾਨ ਜਾਂ ਨਿਰਣਾ ਸ਼ਕਤੀ ਵੀ ਧੁੰਦਲੀ ਹੋ ਗਈ ਹੈ, ਹੇਜ਼ੀ ਹੋ ਗਈ ਹੈ ਜਾਂ ਕੰਮ ਨਹੀਂ ਕਰਦੀ ਅਤੇ ਉਹ ਨਜਾਇਜ਼ ਗੱਲਾਂ ਨੂੰ ਵੀ ਜਾਇਜ਼ ਸਮਝ ਕੇ ਨੀਵੇਂ ਗਿਲਾਨੀ ਵਾਲੇ ਖਿਆਲਾਂ ਅਤੇ ਕਰਮਾਂ ਵਿੱਚ ਗਲਤਾਨ ਰਹਿੰਦੇ ਹਨ। ਜੇ ਕਿਤੇ ਮੁਰਦਾ ਪਿਆ ਹੋਵੇ ਤਾਂ ਅਸੀਂ ਉਸ ਦੀ ਹਾਨੀਕਾਰਕ ਸੜਿਹਾਨ ਤੋਂ ਬਚਣ ਲਈ ਦੂਸਰੇ ਪਾਸੇ ਮੂੰਹ ਕਰ ਲੈਂਦੇ ਹਾਂ ਜਾਂ ਦੂਰ ਹੋ ਜਾਂਦੇ ਹਾਂ। ਇਸੇ ਤਰ੍ਹਾਂ ਮਲੀਨ ਖਿਆਲਾਂ ਦੀ ਗਿਲਾਨੀ ਦੀ ਸੋਝੀ ਹੋਵੇ ਤਾਂ ਸਾਨੂੰ ਉਹਨਾਂ ਨੀਵੀਆਂ ਖਿਆਲਾਂ ਵੱਲੋਂ ਧਿਆਨ ਦਾ ਰੁਖ ਦੂਜੇ ਪਾਸੇ ਜਾਂ ਉਚੇਰੇ ਦੈਵੀ ਖਿਆਲਾਂ ਵੱਲ ਮੋੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਹਾਂਜੀ, ਮਲੀਨ ਖਿਆਲਾਂ ਦੀ ਗਿਲਾਨੀ ਦੀ ਸੋਝੀ ਜੇ ਹੋਵੇ ਤਾਂ ਫਿਰ ਸਾਨੂੰ ਉਹਨਾਂ ਨੀਵੀਆਂ ਖਿਆਲਾਂ ਵੱਲੋਂ ਧਿਆਨ ਦਾ ਰੁਖ ਦੂਜੇ ਪਾਸੇ ਅਥਵਾ ਉਚੇਰੇ ਦੈਵੀ ਖਿਆਲਾਂ ਵੱਲ ਮੋੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇ ਉਸੇ ਵੇਲੇ ਫੌਰਨ ਉਸ ਮਲੀਨ ਖਿਆਲ ਦਾ ਰੁਖ ਜਾਂ ਧਿਆਨ ਬਦਲੀ ਨਾ ਕੀਤਾ ਗਿਆ ਤਾਂ ਉਹ ਮਲੀਨ ਖਿਆਲ ਸਾਡੇ ਧਿਆਨ ਦੁਆਰਾ ਪ੍ਰਵਿਰਤ ਹੋ ਕੇ ਸਾਡੇ ਮਨ ਉੱਤੇ ਆਪਣੀ ਮਲੀਨ ਰੰਗਤ ਝਾੜ ਦੇਵੇਗਾ। ਇਹ ਨਿਰਣਾ ਸ਼ਕਤੀ ਜਾਂ ਵਿਵੇਕ ਬੁੱਧੀ ਪ੍ਰਾਪਤ ਕਰਨ ਲਈ ਗੁਰਬਾਣੀ ਸਾਡੀ ਇਉਂ ਅਗਵਾਈ ਤੇ ਸਹਾਇਤਾ ਕਰਦੀ ਹੈ। ਸਾਧ ਸੰਗਤ ਮਿਲ ਬੁੱਧ ਵਿਵੇਕ, ਸਤ ਸੰਗਤ ਮਿਲ ਵਿਵੇਕ ਬੁੱਧ ਹੋਈ। ਸਾਧ ਸੰਗ ਨਾਨਕ ਬੁੱਧ ਪਾਈ, ਹਰ ਕੀਰਤਨ ਆਧਾਰੋ। ਨਦਰ ਕਰੇ ਤਾਂ ਸਤਿਗੁਰ ਮੇਲੇ, ਅਨਦਿਨ ਵਿਵੇਕ ਬੁੱਧ ਵਿਚਰੈ। ਇਸ
ਨਿਰਣਾ ਸ਼ਕਤੀ ਤੋਂ ਬਗੈਰ ਚੰਗੇ ਮਾੜੇ ਦਾ ਡਿਫਰੈਂਸ ਦੇਖਣ ਲਈ, ਇਸ ਨਿਰਣਾ ਸ਼ਕਤੀ ਤੋਂ ਬਗੈਰ ਅਸੀਂ ਆਪਣੀ ਪੁਰਾਣੀ ਗਲਤ ਸੋਚ ਪ੍ਰਣਾਲੀ ਵਿੱਚ ਹੀ ਕਰਮ ਕਰਦੇ ਰਹਾਂਗੇ ਅਤੇ ਨਤੀਜੇ ਭੁਗਤਦੇ ਰਹਾਂਗੇ। ਮਨ ਨੂੰ ਮਾਰਿਆ ਨਹੀਂ ਜਾ ਸਕਦਾ, ਬਲਕਿ ਮਨ ਨੂੰ ਦੈਵੀ ਗੁਣਾਂ ਦੀ ਪਿਓਂਦ ਚੜ੍ਹਾਈ ਜਾ ਸਕਦੀ ਹੈ, ਜਿਸ ਨਾਲ ਸਾਡੇ ਖਿਆਲ ਅਤੇ ਕਰਮ ਚੰਗੇ ਬਣ ਸਕਦੇ ਹਨ। ਅਤੇ ਇਹ ਦੈਵੀ ਪਿਓਂਦ ਕਿੱਥੋਂ ਚੜ੍ਹੇਗੀ? ਸਿਰਫ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਮਹਾਂਪੁਰਖਾਂ ਦੀ ਸੰਗਤ ਯਾਨੀ ਸਾਧ ਸੰਗਤ ਨਾਲ ਹੀ ਇਹ ਪਿਓਂਦ ਚੜ੍ਹ ਸਕਦੀ ਹੈ, ਜਿਸ ਨਾਲ ਫਿਰ ਧਿਆਨ ਟਿਕਦਾ ਹੈ ਅਤੇ ਮਨ ਵਸ ਵਿੱਚ ਆਉਂਦਾ ਹੈ। ਸਾਧ ਕੈ ਸੰਗ ਨ ਕਥੂ ਧਾਵੈ, ਸਾਧ ਸੰਗ ਅਸਥਿਤ ਮਨ ਪਾਵੈ। ਧੰਦਾ ਧਾਵਤ ਤਉ ਮਿਟੈ, ਸੰਤ ਸੰਗ ਹੋਏ ਬਾਸ। ਧੱਦਾ ਧਾਵਤ ਤਉ ਮਿਟੈ, ਸਤ ਸੰਗਤ ਹੋਏ ਬਾਸ। ਜਾਕੋ ਕਿਰਪਾ ਕਰੀ ਜਗਦੀਸਰ, ਤਿਨ ਸਾਧ ਸੰਗ ਮਨ ਜਿੱਤਾ। ਮਨੁਆ ਚਲੈ ਚਲੈ ਬਹੁ ਬਹੁ ਬਿਦ, ਮਿਲ ਸਾਧੂ ਵਸ ਗਤ ਕਰਿਆ। ਹਾਂਜੀ, ਮਨੁਆ ਚਲੈ ਚਲੈ ਬਹੁ ਬਹੁ ਬਿਦ, ਮਿਲ ਸਾਧੂ ਵਸ ਗਤ ਕਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।